नेक्स्ट न्यूमेरिकल जो तो शुरू करें 27 था ਇਹਦਾ ਇੱਕ ਟੌਪਿਕ ਕੀਤਾ ਸੀ ਆਪਾਂ ਕਲਰ ਕੋਡਿੰਗ ਵਾਲਾ ठीक है ਉਹਦੇ ਬੇਸ ਦੇ ਉੱਤੇ न्यूमेरिकल ਸਿਰਫ ਉਹਨੇ ਰੈਜ਼ਿਸਟੈਂਸ ਪੁੱਛੀ ਆ ਪੁੱਛਣਗੇ ਜੀ ਕਲਰ ਕੋਡਿਡ ਰੈਜ਼ਿਸਟਰ ਇਜ਼ ਐਸ ਸ਼ੋਨ ਇਨ ਫਿਗਰ ਇੱਕ ਰੈਜ਼ਿਸਟਰ ਗਿਵਨ ਆ ਜਿਹਦੇ ਤੇ ਕਲਰ ਕੋਡ ਹੈਗਾ ਤੁਹਾਡੇ ਕੋਲ ਉਹਦੇ ਤੇ ਕਲਰ ਕੋਡਿੰਗ ਦੇ ਅਕੋਰਡਿੰਗਲੀ ਕਲਰ ਜਿਹੜੇ ਡਿਫਾਈਨਡ ਆ ਫਰਸਟ ਸਟ੍ਰਿਪ ਕੋਡ ਨੇ ਡਿਫਾਈਨ ਕੀਤੀ ਕਿ ਜੀ ਬ੍ਰਾਊਨ ਕਲਰ ਆ ਸੈਕਿੰਡ ਤੁਹਾਡੇ ਕੋਲ ਵਾਇਲਟ ਕਲਰ ਆ थर्ड अपने को येलो कलर और फोर्थ अपने को गिवन है गोल्ड कलर फर्स्ट अपने ब्राउन कलर है ठीक है सेकंड स्ट्रिप का कलर उन्होंने वायलेट किया और थर्ड स्ट्रिप थोड़े को जेडी येलो कलर कौन बोलेगा ਆਪਾਂ ਇਹਦੀ ਕਲਰ ਕੋਡਿੰਗ ਦੀ ਰੈਜ਼ਿਸਟੈਂਸ ਕਿਦਾਂ ਮੇਜਰ ਕਰਦੇ ਸੀ केड़ा रूल सेगा बोलो कोई है ना की रूल दसया सी सर फर्स्ट एंड सेकंड स्टेप हमें सिग्निफिकेंट फिगर बताती थी थर्ड स्टेप हमें पावर में बताती थी मल्टीप्लाई और लास्ट जो गोल्डन है वो हमें एरर बताती थी टॉलरेंस दादी सर टॉलरेंस लिमिट से रेजिस्टेंस दी वैल्यू ਨੂੰ ਯਾਦ ਕਰਨ ਵਾਸਤੇ ਇੱਕ ਕਲਰ ਕੋਡਿੰਗ ਦਾ ਸੀਕੁਐਂਸ ਦਿੱਤਾ ਸੀਗਾ ठीक है क्या वो सेंटेंस याद है की बनाया सी अपन यस सर Yes, sir. बोलो मनरूप BB Roy, good boy, very good wife, wearing gold silver necklace. गोल्ड सिल्वर दो बारी ठीक है अपने को इसमें ना सीखा बीबी रॉय गुड बॉय वेरी गुड वाइफ वेयरिंग ऐसे तो दोबारा बोलिया गोल्ड सिल्वर नेकलेस ठीक है ਹੁਣ ਇਹਦੇ ਵਿੱਚ ਐਸ ਸੱਚ ਜਿਹੜਾ ਪਹਿਲਾ ਕਲਰ ਸੀ ਇਹ ਕਿਹੜਾ ਸੀਗਾ Black. ठीक है सो फर्स्ट अपना ब्लैक आ यानी आ अपने को ब्राउन कलर है जो कलर सीक्वेंस सीखा अपने को इनो अपन डिफाइन किया 10 पावर -1 ਤੇ 10 ਪਾਵਰ -2 ਕਲਰ ਸੀਕੁਐਂਸ ਦੇ ਵਿੱਚ ਪਹਿਲੇ 10 ਕਲਰ ਜਿਹੜੇ ਨੇ ਠੀਕ ਹੈ ਉਹਦੇ ਆਪਾਂ ਡਿਜਿਟ ਐਸ ਸੱਚ ਲਿਖੀਆਂ ਸੀ ਲਾਸਟ ਜਿਹੜਾ 골ਡ ਸਿਲਵਰ ਕਲਰ ਹੈਗਾ ਇਹਨੂੰ ਪਾਵਰ ਆਫ 10 ਦੀ ਫਾਰਮ ਚ 10 ਪਾਵਰ -1 ਤੇ 10 ਪਾਵਰ -2 ਸੀਗਾ ਉਸ ਤੋਂ ਬਾਅਦ ਜਿਹੜੀ ਆ ਚੌਥੀ ਸਟ੍ਰਿਪ ਹੈਗੀ ਆ ਇਹਦੇ ਲਈ ਆਪਾਂ ਕਿਹਾ ਸੀ ਟੋਲਰੈਂਸ ਲਿਮਿਟ ਜਿਹੜੀ ਆ ਇਹ 3% ਚ ਹੋ ਸਕਦੀ ਹੈ ਇਹਨੂੰ ਸੀ ਕਿਹਾ ਸੀ ਜੀ ਇਹ 5% ਜੇ 골ਡ ਕਲਰ सिल्वर कलर 10% ਤੇ ਜੇ ਬੋਡੀ ਕਲਰ ਆ ਜਵੇ ਤੇ 20% ਯਾਨੀ ਚੌਥੀ ਸਟ੍ਰਿਪ ਸਿਰਫ ਤਿੰਨ ਕਲਰ ਦੀ ਹੋ ਸਕਦੀ ਫਿਰ ਰਿਪੀਟ ਕਰਿਓ ਦਿਮਾਗ 'ਚ ਰੱਖਿਓ ਜਿਹੜੀਆਂ ਇਹਨਾਂ ਵਿੱਚੋਂ ਪਹਿਲੀਆਂ ਦੋ ਸਟ੍ਰਿਪ ਨੇ ਪਹਿਲੀਆਂ ਦੋ ਇਹਨਾਂ ਦੇ ਆ 12 ਕਲਰ ਪੋਸੀਬਲ ਆ ਇਹਨਾਂ 12 ਕਲਰ 'ਚੋਂ ਕੋਈ ਕਲਰ ਹੋਏਗਾ ਪਰ ਜਿਹੜੀ ਤੀਜੀ ਸਟ੍ਰਿਪ ਆ ਠੀਕ ਹੈ ਜੀ ਜਿਹੜੀ ਤੀਜੀ ਸਟ੍ਰਿਪ जे थर्ड स्ट्रिप ਤੁਹਾਡੇ ਕੋਲ ਐਸ ਸੱਚ ਇੱਥੇ ਮੇਰੇ ਕੋਲ ਆ ਜਾਵੇ ਇੱਕ ਚੀਜ਼ ਮੈਂ ਸ਼ਾਇਦ ਗਲਤ ਬੋਲ ਗਿਆ ਦੁਬਾਰਾ ਬੋਲ ਰਿਹਾ ਉਸ ਚੀਜ਼ ਨੂੰ ਜਿਹੜੀ ਤੁਹਾਡੀ ਤੀਜੀ ਸਟ੍ਰਿਪ ਆ ਇਹਦੇ ਲਈ 12 ਕਲਰ ਪੋਸੀਬਲ ਆ ਠੀਕ ਹੈ ਜੀ ਤੇ ਜਿਹੜੀਆਂ ਪਹਿਲੀਆਂ ਦੋ ਸਟ੍ਰਿਪ ਨੇ ਇਹਨਾਂ ਲਈ ਆ ਫਸਟ 10 ਕਲਰ ਜਿਹੜੇ ਨੇ ਇਹ ਤੁਹਾਡੇ ਕੋਲ ਕਿੰਨੇ ਦੀ ਆਣੇ ਯਾਨੀ ਇੱਥੇ ਸਟ੍ਰਿਪ ਜਿਹੜੀਆਂ ਨੇ ਪਹਿਲੀਆਂ ਦੋ ਇਹ 골ਡ ਤੇ ਸਿਲਵਰ ਚੋਂ ਨਹੀਂ ਹੋ ਸਕਦੀ ਜਿਹੜੀ ਤੀਜੀ ਸਟ੍ਰਿਪ ਆ ਇਹ 12 ਵਿੱਚੋਂ ਕੋਈ ਵੀ ਕਲਰ ਪੋਸੀਬਲ ਆ अपने न्यूमेरिकल ਦੇ ਅਕੋਰਡਿੰਗਲੀ ਉਹਨੇ ਡਿਫਾਈਨ ਕੀਤਾ ਕਿ ਫਰਸਟ ਸਟ੍ਰਿਪ ਬ੍ਰਾਊਨ ਆ ਇਹਦਾ ਮਤਲਬ ਜੇ ਰੈਜ਼ਿਸਟੈਂਸ ਦੀ ਵੈਲਿਊ ਬੋਲੀਏ ਤੇ ਆਪਣੇ ਕੋਲ ਜਿਹੜਾ ਫਰਸਟ ਡਿਜਿਟ ਆ ਗਿਆ ਉਹ 1 ਆ ਜਾਏਗਾ ਵਾਇਲਟ ਦੇ ਕੋਰਸਪੋਂਡਿੰਗ ਆਪਣੇ ਕੋਲ ਵੈਲਿਊ 7 ਆ ਜਾਏਗੀ ਇਨਟੂ ਯੈਲੋ ਦੇ ਕੋਰਸਪੋਂਡਿੰਗ ਆਪਣੇ ਕੋਲ ਇਨਟੂ ਪਾਵਰ 10 ਪਾਵਰ 4 ਆ ਜਾਏਗਾ क्या इतना क्लियर है बेलो यस सर Yes, sir. इन्हीं अपने को लाई रेजिस्टेंस उस तो बाद ਉਹਦੀ ਟੋਲਰੈਂਸ ਜਿਹੜੀ ਉਹ 골ਡ ਕਲਰ ਤੋਂ ਬਣੀ ਤੇ 골ਡ ਕਲਰ ਦੀ ਟੋਲਰੈਂਸ ਲਿਮਿਟ 5% ਯਾਨੀ +-5% ਲਾਸਟ ਉਹਨੇ ਇੱਕ ਚੀਜ਼ ਹੋਰ ਜੋੜ ਦਿੱਤੀ ਕਹਿੰਦਾ ਜੀ ਐਕਸਪ੍ਰੈਸ ਦਾ ਰੈਜ਼ਿਸਟੈਂਸ ਇਨ ਮੈਗਾ ਓਮ ਇਹਨੂੰ ਮੈਗਾ ਓਮ ਚ ਡਿਫਾਈਨ ਕਰੋ ਤੇ ਮੈਗਾ ਮੀਨ 10⁻⁶ ਚਾਹੀਦਾ ਤੇ ਪੁੱਤ 6 ਬਣਾਉਣ ਵਾਸਤੇ ਇੱਥੇ ਸਿੰਪਲੀ ਆ ਕਰ ਰਹੇ ਆ ਇਸ ਵੇਲੇ ਇਹਦੇ ਵਿੱਚ ਡੈਸੀਮਲ ਜਿਹੜਾ ਵਾ ਉਹ ਲਾਸਟ ਐਂਡ ਤੇ ਹੈਗਾ ਵਾ
ਲਾਸਟ ਡਿਜਿਟ ਤੋਂ ਬਾਅਦ ਹੈਗਾ। ਜੇ ਇਹਨੂੰ ਮੈਂ ਦੋ ਪਲੇਸ ਇੱਧਰ ਸ਼ਿਫਟ ਕਰ ਲਵਾਂ, ਠੀਕ ਹੈ, ਦੋ ਪਲੇਸ ਇੱਧਰ ਡੈਸੀਮਲ ਸ਼ਿਫਟ ਕਰ ਲਾਂ ਤੇ ਇੱਥੇ ਪਾਵਰ ਆਫ 2 ਹੋਰ ਐਡ ਹੋ ਜੂ। Yes, sir. ਇਹਨਾਂ ਮਤਲਬ ਇਸੇ ਰੈਜ਼ਿਸਟੈਂਸ ਨੂੰ ਲਿਖਣਾ ਹੋਵੇ ਤਾਂ 0.17 into 10 raised to power 6 ohm plus minus 5%। ਤੇ ਆ ਆਪਣੇ ਆਪ ਦੇ ਵਿੱਚ ਮੇਰੇ ਕੋਲ ਜਿਹੜਾ ਵਾ ਇਹ 1 ਮੈਗਾ ਓਮ ਨੂੰ ਡਿਫਾਈਨ ਕਰ ਦੇਗਾ। ਇਹ ਮਤਲਬ ਆਪਣੀ ਰੈਜ਼ਿਸਟੈਂਸ ਦੀ ਵੈਲਿਊ 0.17 ਮੈਗਾ ਓਮ plus minus 5%। ਆ ਮੇਰੇ ਕੋਲ ਰੈਜ਼ਿਸਟੈਂਸ ਦੀ ਵੈਲਿਊ ਆ ਗਈ। ਕਲੀਅਰ ਹੈ numerical? Yes, sir. Yes, Yes, sir. sir. चलो नेक्स्ट हैगा 28th numerical। 28th हैगा AC का रेसिप्रोकल बनाता हूं। हाउ विल यू रिप्रेजेंट अ रेजिस्टेंस ऑफ 3700 प्लस माइनस 10% बाय कलर कोड। कलर कोडिंग का सीक्वेंस दसना तुसी 3700 यानी पहले डिजिट 3, दूसरी डिजिट 7 ते तीसरी डिजिट पावर ऑफ 10 यानी 2 आ गई। क्या इतनी गल समझ लगी? Yes, sir. Yes, sir. yes sir 3 ਦਾ ਮਤਲਬ ਆਪਣਾ ਫਰਸਟ ਕਲਰ ਜਿਹੜਾ ਵਾ ਉਹ orange ਹੋਏਗਾ ਉਸ ਦੇ ਉੱਤੇ। ਸੈਕੰਡ ਕਲਰ 7 ਵਾਇਲਟ ਆ ਜਾਏਗਾ। ਯਾਨੀ ਕਲਰ ਸੀਕੁਐਂਸ ਆਪਣੇ ਕੋਲ ਆ ਗਈ orange, ਠੀਕ ਹੈ। ਦੂਜਾ ਕਲਰ ਆਪਣੇ ਕੋਲ ਜਿਹੜਾ ਵਾਇਲਟ ਹੋਏਗਾ, ਠੀਕ ਹੈ। थर्ड स्ट्रिप ने उस तो बाद कही है पावर ऑफ 10 37 into 10 पावर 2 बन गया ते पावर ऑफ 2 जेड़ा वा मेरे को रेड कलर ना आ जाए। यानी थर्ड अपना कलर जेड़ा वो रेड गिवन है ते टॉलरेंस लिमिट अपने को जेड़ी उन्हें कही है 10% अपने को जेड़ी सिल्वर नाल प्रेजेंट हो। यानी अपने चार जेड़े कलर्स ने वो इस सीक्वेंस च आ जाए। क्या आप क्लियर है? Yes, sir. Yes, sir. चलो नेक्स्ट गिवन है 29। हूं कॉम्बिनेशन ऑफ रेजिस्टेंस दे न्यूमेरिकल आ कुछ 29 दे अंदर वर्ड यूज हुए ने। रेजिस्टेंस ऑफ टू कंडक्टर इन सीरीज is 40 ohm and their resistance becomes 6.4 ohm when connected in parallel। ठीक है, find individual। उन्हें अपने को लेना क्या कि ਜਦੋਂ ਦੋ रेजिस्टेंस सीरीज ਚ ਜੋੜਦੇ टोटल रेजिस्टेंस 40 ਤੇ ਜਦੋਂ ਦੋ ਰੈਜ਼ਿਸਟੈਂਸ ਪੈਰਲਲ ਚ ਜੋੜਦੇ ਤੇ ਟੋਟਲ ਰੈਜ਼ਿਸਟੈਂਸ 6.4 ਤੇ ਇੰਡੀਵਿਜੂਅਲ ਦੱਸਣੀ ਹੈ ਬੇਟਾ। ਯਾਨੀ ਇੱਕ ਆਪਣੇ ਕੋਲ ਐਸਐਚ ਜਿਹੜੀ ਵੈਲਿਊ ਆਰਐਸ ਗਿਵਨ ਆ 40 ਓਮ, ਇੱਕ ਆਪਣੇ ਕੋਲ ਆਰਪੀ ਗਿਵਨ ਆ 6.4 ਓਮ। ਕਿਹਦਾ ਕਰੀਏ numerical? ਬਿਲਕੁਲ ਸੌਖਾ ਜਿਹਾ ਕੁਐਸਚਨ ਆ। sir r1 plus r2 is equal to 40 and 1 upon 6.44 is equal to 1 upon r1 plus 1 upon r2। r1 plus r2 ਤੇ ਰੈਸਿਪਰੋਕਲ ਵਾਲੇ ਨੂੰ ਆਪਾਂ ਸਿੱਧਾ ਫਾਰਮੂਲਾ ਬਣਾ ਦਿੰਦੇ ਪ੍ਰੋਡਕਟ ਓਵਰ ਡਿਵੀਜ਼ਨ ਵਾਲਾ। ਇਹਨੂੰ ਆਪਾਂ ਲਿਖ ਦਿੰਦੇ r1 r2 ਓਵਰ r1 plus r2। ਠੀਕ ਹੈ, ਰੈਸਿਪਰੋਕਲ ਮੁੜ ਕੇ ਜਦੋਂ ਸੋਲਵ ਕਰ ਲੈਂਦੇ ਤਾਂ ਆਪਣੀ ਆ ਵੈਲਿਊ ਬਣ ਜਾਂਦੀ। ਹੁਣ ਆ ਦੋ ਇਕੁਏਸ਼ਨਾਂ ਬਣੀਆਂ ਜੀ। ਸਿੰਪਲੀ ਦੋ ਇਕੁਏਸ਼ਨਾਂ ਸੋਲਵ ਕਰਕੇ r1 ਤੇ r2 ਕੱਢਣਾ। आ जितनी वैल्यू मेरे को r1 plus r2 देते पुट करो 6.4 equal to r1 r2 over 40 which implies r1 r2 की वैल्यू आ गई 64 into 4। ठीक है, डेसिमल काट के अपने को आ जाना 256। r1 r2 256 आ r1 plus r2 40 आ। किदा करिए जी नु ਇਹ ਜੋ r1 ਕੱਢ ਲਓ 256 over r2 और ਇਹਨੂੰ ਇਕੁਏਸ਼ਨ 1 ਦੇ ਅੰਦਰ ਪੁੱਟ ਅਪ ਕਰ पुट इन 1 ਇਹਨੂੰ 1 ਚ ਪੁੱਟ ਅਪ ਕਰੋ 40 ਇਕੁਅਲ ਟੂ ਆ ਜਾਏਗਾ r1 ਦੀ ਥਾਂ ਤੇ ਆ ਗਿਆ 256 over r2 plus r2। ਇਹਨੂੰ ਸੋਲਵ ਕਰ ਲਓ ਆਪਣੇ ਕੋਲ ਐਸਐਚ ਕੁਆਡ੍ਰੈਟਿਕ ਬਣ ਜਾਣੀ ਆ 40 r2 equal to 256 plus r2 square। So equation आ जाएगी r2 square minus 40 r2 plus 256 equal to 0। जे इनो सॉल्व करिए ते r2 आ जाएगा बेटा। Yes, sir. Yes, sir. r2 ਦੀਆਂ ਦੋ ਵੈਲਿਊਜ਼ ਬਣਨੀਆਂ ਹੈ ਨਾ ਤੇ ਉਹਨਾਂ ਵਿੱਚੋਂ ਇੱਕ r2 ਲੈ ਕੇ ਤੇ ਸੈਕਿੰਡ ਵੈਲਿਊ ਮੇਰੀ r1 ਡਿਫਾਈਨ ਹੋ ਜਾਏਗੀ। ਸੋ r1 r2 ਤੁਹਾਡੇ ਜਿਹੜੇ ਨੇ ਉਹ ਇਹਦੀ ਹੈਲਪ ਨਾਲ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਹੋ ਜੂ
क्वाड्रेटिक सॉल्व हो जाएगी। Yes, sir. Yes. Yes, sir. Yes, sir. चलो नेक्स्ट न्यूमेरिकल देखो 30th न्यूमेरिकल्स उन्हें वर्ड यूज कीते a resistor of 5 ohm is connected in series with a parallel combination of number of resistors each of 5 ohm। ठीक है उन्हें ये किया कि ਤੁਹਾਡੇ ਕੋਲ ਇੱਕ 5 ohm ਦੀ resistor ਆ ਉਹਨੂੰ ਸੀਰੀਜ਼ ਚ ਜੋੜਨਾ ਆਪਾਂ ਨਾਲ ਨਾਲ ਇਹਦਾ ਸਰਕਟ ਬਣਾਉਣੇ ਕੀ ਕਹਿ ਰਹੇ ਉਹਨੇ ਆਪਣੇ ਕੁਐਸਚਨ ਜੇ ਕਿਹਾ ਇੱਕ 5 ohm ਦੀ resistor ਲੈ ਲਓ ਆ ਮੇਰੇ ਕੋਲ ਇੱਕ 5 ohm ਦੀ resistor ਆ ਇਹਨੂੰ ਕਹਿੰਦਾ ਵੀ ਸੀਰੀਜ਼ ਚ ਜੋੜੀਓ ਇਹਨੂੰ ਸੀਰੀਜ਼ ਚ ਜੋੜਨਾ ਕਿਹਦੇ ਨਾਲ ਉਹਦੇ ਲਈ ਉਹਨੇ ਕਿਹਾ ਵਾ ਕਹਿੰਦਾ ਜੀ with a parallel combination of number of resistor each of 5 ohm इस रेजिस्टर ਨੂੰ ਤੁਸੀਂ ਅਟੈਚ ਕਰਨਾ ਤੁਹਾਡੇ ਕੋਲ ਕੁਝ ਇੱਕ ਰੈਜ਼ਿਸਟਰ ਦਾ ਪੈਰਲਲ ਕੰਬੀਨੇਸ਼ਨ ਆ ਆਪਾਂ ਪੈਰਲਲ ਚ ਰੈਜ਼ਿਸਟਰ ਲਾਣੀਆਂ ਹੋਣ ਤੇ ਇਹਦਾ ਲਾ ਦਿਓ ਆ ਜਿੰਨੀਆਂ ਰੈਜ਼ਿਸਟਰ ਲਾ ਰਿਆ ਇਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਪੈਰਲਲ ਚ ਲੱਗਦੀਆਂ ਪਈਆਂ ਇਹ ਚ ਹਰ ਰੈਜ਼ਿਸਟਰ ਜਿਹੜੀ ਆ ਉਹ 5 ਓਮ ਈਚ ਆ क्या ਇੰਨੀ ਗੱਲ ਸਮਝ ਲੱਗਦੀ ਪਈ Yes, sir. Yes, sir. Yes, sir. ਹੁਣ ਕਿੰਨੀਆਂ ਰੈਜ਼ਿਸਟਰ ਇਦਾਂ ਦੀਆਂ ਲਾਣੀਆਂ ਇਹਨੇ ਡਿਫਾਈਨ ਕੀਤਾ ਬਟ ਉਹਨੇ ਇਹ ਕਿਹਾ ਟੋਟਲ ਰੈਜ਼ਿਸਟਰ ਆਫ ਦਾ ਸਰਕਟ ਇਜ਼ 6 ohm मतलब ये जिन्नियां भी रेजिस्टर ने इस पे ना ਤੁਸੀਂ ਅਟੈਚ ਕਰ ਦੇਗੇ ठीक है ये सारे कॉम्बिनेशन ਦੀ ਮਿਲਾ ਕੇ ਜਿਹੜੀ ਟੋਟਲ ਰੈਜ਼ਿਸਟਰ ਆ ਯਾਨੀ 5 ohm ਤੇ ਬਾਕੀ ਪੈਰਲਲ ਦੇ ਕੰਬੀਨੇਸ਼ਨ ਆ ਜਿਹੜੀ ਆਈ ਇਹ ਟੋਟਲ 6 ਆਣੀ ਠੀਕ ਹੈ ਉਹ ਕਹਿੰਦਾ ਜੀ ਜੇ ਟੋਟਲ 6 ਆਣੀਆਂ ਤੇ ਪੁੱਛਿਆ ਉਹਨੇ ਆ ਹਾਊ ਮੈਨੀ ਰੈਜ਼ਿਸਟਰ ਆਰ ਇਨ पैरेलल ਚ ਕਿੰਨੀਆਂ ਜੁੜੀਆਂ ਕਿੱਦਾਂ ਕਰੀਏ सर जो 6 है उसमें से हम 5 हटा देंगे जो 1 आएगा तो मतलब जितने भी पैरेलल हैं उन सब की रेजिस्टेंस इक्वल टू 1 है ਬਣਾਣੀ ਉਹਨੂੰ ਆਪਾਂ ਕਿੱਦਾਂ ਸੋਲਵ ਕਰ ਦਈਏ ਫਿਰ सर वही 1/R1 + 1/R2 से ਹੁਣ ਆਪਣੇ ਕੋਲ ਆ ਪੂਰੇ ਸਰਕਟ ਦੀ ਜਿਹੜੀ ਰੈਜ਼ਿਸਟਰ ਆ ਇਹ 6 ਓਮ ਆ देयरफॉर ਆਪਣੇ ਕੋਲ ਐਸਾ ਇਦਾਂ ਲਿਖ ਲਓ ਕਿ ਜਿਹੜੀ ਟੋਟਲ ਰੈਜ਼ਿਸਟੈਂਸ ਆਈ ਆ ਹੈਨਾ ਉਹ ਮੇਰੇ ਕੋਲ 5 ਪਲੱਸ ਆ ਜਿੰਨਾ ਵੀ ਮੇਰਾ ਪੈਰਲਲ ਦਾ ਕੰਬੀਨੇਸ਼ਨ ਹੋਏਗਾ ਇਹ ਮਿਲਾ ਕੇ ਆ ਜਾਏ ਤੇ ਕੁਐਸਚਨ ਦੇ ਅਕੋਰਡਿੰਗਲੀ ਆਪਣੇ ਕੋਲ ਜਿਹੜਾ r ਹੈਗਾ ਵਾ ਇਹ 6 ਗਿਵਨ ਆ ਤੇ देयरफॉर ਆਪਣੇ ਕੋਲ 6 = 5 + rp ਇਹ ਤੋਂ rp ਦੀ ਵੈਲਿਊ ਤਾਂ ਪਹਿਲਾਂ ਬੰਦ ਕਰ ਦੇ ਹੁਣ ਇਹ ਸਾਰੀ ਜਿਹੜੀ rp1 ਆਈ ਹੈ ਇਹ ਇਹਨਾਂ ਸਾਰਿਆਂ ਦੇ ਪੈਰਲਲ ਤੋਂ ਆਈ ਹੈ ਤੇ ਇਹਨਾਂ ਪੈਰਲਲ ਨੂੰ ਆਪਾਂ ਜੇ ਐਸਐਚ ਲੈ ਕੇ ਚੱਲੀਏ ਤੇ ਪੈਰਲਲ ਲਿਖਣ ਲਈ ਰੈਸਿਪਰੋਕਲ ਲਿਖ ਦਿਓ we know that 1/rp = 1/5 plus 1/5 up to n time यानी इदां ਦੀਆਂ ਜਿੰਨੀਆਂ ਵੀ ਰੈਜ਼ਿਸਟਰ ਆ ਇਦਾਂ ਦੀਆਂ ਜਿੰਨੀਆਂ ਵੀ ਰੈਜ਼ਿਸਟਰ ਨੇ ਤੁਸੀਂ ਉਹ ਪੈਰਲਲ ਚ n ਵਾਲੀ ਜੋੜੀ ਤੇ देयरफॉर ਇਹਨੂੰ ਮੈਂ ਤੇ ਇਦਾਂ ਲਿਖ ਦਵਾਂ 1/1 = n/5 क्या आगे समझ लगी Yes, sir. Yes, sir. ਇਹਨੂੰ ਸੋਲਵ ਕਰ ਲਓ ਤੇ ਇਹਦੇ ਤੋਂ n ਦੀ ਵੈਲਿਊ ਆਪਣੀ 5 ਆਈ ਹੈ ਇਹ ਮਤਲਬ ਜੇ 5 ਰੈਜ਼ਿਸਟਰ ਜਿਹੜੀਆਂ ਨੇ 5 ਰੈਜ਼ਿਸਟਰ ਅਸੀਂ ਪੈਰਲਲ ਚ ਜੋੜ ਦਈਏ ਤੇ 5 ਪੈਰਲਲ ਚ ਜੋੜ ਕੇ ਤੁਹਾਡੀ ਜਨਰਲ ਰੈਜ਼ਿਸਟੈਂਸ ਜਿਹੜੀ ਹੈ ਟੋਟਲ ਉਹ 1 ਓਮ ਬਣ ਜਾਏਗੀ ਇਹਨਾਂ ਜਿਹੜੀ ਇਹਦੀ ਫਿਰ 1 ਬਣੀ ਤੇ 5 ਇਹ ਆਪਣੀ ਸੀਰੀਜ਼ ਚ ਜੁੜੀਆਂ ਤੇ ਟੋਟਲ ਤਾਂ ਆਪਣੀ 6 ਆਈ ਹੈ क्या आ चीज क्लियर है n कितना कैलकुलेट ਹੁੰਦਾ ਪਿਆ यस सर Yes, sir. चलो नेक्स्ट न्यूमेरिकल 31st ਤੁਸੀਂ ਦੱਸੋਗੇ ਕੀ ਕਰਨਾ ਜਲਦੀ ਜਲਦੀ ਮੈਂ ਉਹਦੀ ਫਿਗਰ ਬਣਾ ਰਿਹਾ ਤੁਸੀਂ ਦੱਸਣਾ ਕਿ ਉਹਦੇ ਵਿੱਚ ਕੀ ਕਰਨਾ ਤੇ ਕਿੱਦਾਂ ਕਰਾਂਗੇ कैपेसिटर का कॉम्बिनेशन कर चुके हो वही कांसेप्ट इसके अंदर भी सारे चल रहे हैं हाँ जी बोलेगा फाइंड द वैल्यू ऑफ करंट इन द सर्किट की करिए सर्किट च करंट कढना किदा करांगे सर पहले
ਰੈਜ਼ਿਸਟੈਂਸ ਕੱਢ ਲਵਾਂਗੇ ਟੋਟਲ ਸਰਕਟ ਦੇ। ਬਿਲਕੁਲ ਕਟਾਂਗੇ। ਆਪਣੀ ਰੈਜ਼ਿਸਟੈਂਸ ਕਿਦਾਂ ਐਡ ਕਰਾਂਗੇ ਜੇ ਆ ਆਪਣੇ ਕੋਲ R1 R2 ਤੇ R3 ਗਿਵਨ ਆ, ਕਿਦਾਂ ਕੰਬੀਨੇਸ਼ਨ ਜੋੜੀ ਇਹਨਾਂ ਦਾ? ਸਰ R ਤੇ R3 ਸੀਰੀਜ਼ ਚ ਹੈ ਤੇ ਉਹਨਾਂ ਦਾ ਸਮ ਫਿਰ R3 ਨਾਲ ਪੈਰਲਲ ਚ। ਦੁਬਾਰਾ ਬੋਲਿਓ। R2 ਐਂਡ R3 ਇਨ ਸੀਰੀਜ਼ ਤੇ ਉਹਨਾਂ ਦਾ ਰਿਜ਼ਲਟੈਂਟ R1 ਦੇ ਨਾਲ ਪੈਰਲਲ ਚ। ਬਿਲਕੁਲ ਠੀਕ ਹੈ ਜੀ। ਜਦੋਂ ਕਰੰਟ ਆਪਾਂ ਇਥੋਂ ਤੋੜਨਾ ਵਾ ਹੈ ਨਾ, ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਿਹਾ, ਰੈਜ਼ਿਸਟਰ ਵਾਲੇ ਕੇਸ ਦੇ ਅੰਦਰ ਸੇਮ ਕੈਪੈਸਿਟਰ ਵਾਲਾ ਹੀ ਕਨਸੈਪਟ ਰਹਿਣਾ, ਸਿਰਫ ਫਰਕ ਇਹਨਾਂ ਉੱਥੇ ਅਸੀਂ ਵਰਡ ਯੂਜ਼ ਕਰਦੇ ਸੀ ਚਾਰਜ ਸਰਕਟ ਚ ਫਲੋ ਕਰਦਾ, ਇੱਥੇ ਕਰੰਟ ਕਹਿ ਦਾਂਗੇ ਬਸ, ਇਸ ਤੋਂ ਇਲਾਵਾ ਕੋਈ ਫਰਕ ਨਹੀਂ। ਹੁਣ ਜਦੋਂ ਕਰੰਟ ਬੈਟਰੀ ਦੇ ਪੋਜ਼ਿਟਿਵ ਤੋਂ ਚੱਲ ਕੇ A ਤੇ ਗਿਆ ਤੇ ਇੱਥੇ ਕਰੰਟ ਦੋ ਪਾਰਟ ਚ ਡਿਵਾਈਡ ਹੋਇਆ, ਯਾਨੀ R1 ਤੇ R3 ਇਹ ਦੋਨੋਂ ਮੇਰੀਆਂ ਪੈਰਲਲ ਚ ਨੇ। ਪਰ ਅਸੀਂ ਉੱਥੇ ਵੀ ਕਿਹਾ ਸੀ, ਇੱਥੇ ਵੀ ਉਹੀ ਵਰਡ ਆ, ਪੈਰਲਲ ਚ ਉਦੋਂ ਤੱਕ ਨਹੀਂ ਅਟੈਚ ਕਰਾਂਗੇ ਜੇਕਰ ਮੇਰੇ ਕੋਲ ਸਰਕਟ ਦੇ ਅੰਦਰ ਕੋਈ ਹੋਰ ਰੈਜ਼ਿਸਟਰ ਚ ਕਰੰਟ ਜਾਂਦਾ ਹੋਇਆ। ਹੁਣ ਇਥੋਂ ਜਦੋਂ ਕਰੰਟ ਐਂਟਰ ਹੋਇਆ R3 ਵਾਲਾ ਕਰੰਟ R2 ਚੋਂ ਵੀ ਪਾਸ ਹੋਣਾ, ਯਾਨੀ R3 ਤੇ R2 ਆਪਸ ਕਿਦਾਂ ਅਟੈਚ ਆ? Series. ਮਤਲਬ ਇਹਨਾਂ ਦੋਨਾਂ ਦੀ ਇੱਕ ਰੈਜ਼ਿਸਟਰ ਜਿਹੜੀ ਹੋਏਗੀ ਉਹ R1 ਦੇ ਨਾਲ ਪੈਰਲਲ ਚ ਜੁੜੂ। Yes, sir. Yes, sir. Yes, sir. ਠੀਕ ਹੈ, ਮੈਂ ਹਿੰਟ ਦਵਾਂਗਾ ਕਰਨੇ ਤੁਸੀਂ ਇਹ ਨੂਮੈਰੀਕਲ, ਔਰ ਮੈਂ ਕਾਪੀ ਜ਼ਰੂਰ ਚੈੱਕ ਕਰਾਂਗਾ ਕੀਤੇ ਹੋਏ। ਇਹਦੇ ਨਾਲ ਆ ਜਿਹੜੀ 60 ਓਮ ਦੀ ਰੈਜ਼ਿਸਟੈਂਸ ਬਣ ਗਈ, 60 ਤੇ 30 ਪੈਰਲਲ ਚ ਆ, ਉਹਦੇ ਨਾਲ ਟੋਟਲ ਰੈਜ਼ਿਸਟੈਂਸ ਕੱਢਾਂਗੇ। ਟੋਟਲ ਰੈਜ਼ਿਸਟੈਂਸ ਕੱਢ ਕੇ ਫਿਰ ਆਪਣੇ ਕੋਲ ਫਾਰਮੂਲਾ ਜਿਹੜਾ ਵਾ ਉਹ I V/R ਆ ਜਾਣਾ। V ਆਪਣੇ ਕੋਲ ਗਿਵਨ ਹੈ 2, R ਤੁਸੀਂ ਬਣਾਣਾ, R ਬਣਾਉਣ ਵਾਸਤੇ 60 ਤੇ 30 ਦਾ ਪੈਰਲਲ ਜੋੜ ਲਓ। अब इसे R डिफाइन कर दिए ते R की वैल्यू आ गई 60 into 30 over 60 plus 30 यानी 1800 over 90। इनु सॉल्व कर लो, इनु सर्किट दी टोटल रेजिस्टेंस जेडी है वो 20 ओम आ जाओ। क्लियर है? Yes, sir. Yes, sir. Yes, sir. कोई एक भी बचा हैगा जिन्हों एक कॉम्बिनेशन समझन च औख आंदी होवे? क्लियर है सारे नु? Yes, sir. Yes, Yes, sir. sir. चलो Yes. नेक्स्ट न्यूमेरिकल 30 सेकंड एक बार ਉਹਨੂੰ ਤੁਸੀਂ ਦੇਖੋ ਕਿਦਾਂ ਕੰਬੀਨੇਸ਼ਨ ਬਣਨਾ, ਫਿਰ ਮੈਂ ਸ਼ੁਰੂ ਕਰ ਰਿਹਾ। हाँ जी बेटा पढ़ लिया? हाँ जी न्यूमेरिकल चों ने किया सीगा कि एक अल्फाबेट A ਦੀ ਸ਼ੇਪ ਚ ਤੁਹਾਡੇ ਕੋਲ ਵਾਇਰ ਹੈਗੀ ਆ, ਠੀਕ ਹੈ, ਜਿਹਦੀ ਰੈਜ਼ਿਸਟੈਂਸ 1 ਓਮ ਪਰ ਸੈਂਟੀਮੀਟਰ, ਯਾਨੀ ਵਾਇਰ ਦੀ ਲੈਂਥ ਜੇ 1 ਸੈਂਟੀਮੀਟਰ ਹੋਏਗੀ ਤਾਂ ਉਹਦੀ ਰੈਜ਼ਿਸਟੈਂਸ 1 ਓਮ। ਉਹਨੇ ਕਿਹਾ ਸਾਈਡ ਆਫ A, ਯਾਨੀ ਜਿਹੜਾ ਲੈਟਰ A ਹੈਗਾ ਉਹਦੀਆਂ ਸਾਈਡ ਜਿਹੜੀਆਂ ਨੇ 20 ਸੈਂਟੀਮੀਟਰ ਲੌਂਗ ਆ, ਤੇ ਇਹਦਾ ਮਤਲਬ ਇਹ ਹੋ ਗਿਆ ਕਿ ਆ ਆਰਮ ਦੀ ਟੋਟਲ ਰੈਜ਼ਿਸਟੈਂਸ ਜਿਹੜੀ ਹੈ ਇਹ 20 ਓਮ ਆ ਜਾਏਗੀ। इसी तरह इस आर्म की रेजिस्टेंस भी मेरे को 20 ओम गिवन। उस तो बाद उन्होंने क्या जी, एंड द क्रॉस पीस इन द मिडल इज 10 सेंटीमीटर लॉन्ग, यानी जेडी आ ऐसे जो मिडल आर्म आ एदी रेजिस्टेंस मेरे को 10 ओम आ गई। ठीक है, उन्हें क्या बोलते और अपेक्स एंगल किनु कहते हैं, जेड़ा आ वर्टेक्स से इथे एंगल बनेगा इसको ਅਸੀਂ ਨਾਮ ਦਿੰਦੇ C पॉइंट ਤੇ ਜਿਹੜਾ ਐਂਗਲ ਬਣਿਆ ਉਹ ਅਪੈਕਸ ਐਂਗਲ ਹੋਏਗਾ। क्या ਇਹਨਾਂ क्लियर ਆ? Yes, sir. Yes, sir. Find the resistance of the letter
between the two ends of the leg यानी ਜਿਹੜੀ ਇਸ alphabet A ਦੀਆਂ ਆ ਦੋ legs ਨੇ ਇਹਦੇ ਆ ਦੋ end ਦੇ cross ਤੁਸੀਂ ਜਿਹੜੀ ਆ ਉਹ resistance calculate ਕਰੋ ਕਿੰਨੀ ਤੇ ਹੁਣ ਜੇ ਇਹਦੇ ਦੋ end 'ਚ resistance ਕੱਢਣੀ ਆ ਤੇ ਮੈਂ ਇੱਕ ਚੀਜ਼ ਅੱਗੇ ਵੀ ਕਹੀ ਸਭ ਤੋਂ ਪਹਿਲਾਂ ਇਹਨਾਂ ਦੋ end 'ਚ ਬੈਟਰੀ ਕੰਸੀਡਰ ਕਰ ਲਓ यानी ਇਹਦੇ ਇੱਕ ਤਰ੍ਹਾਂ ਬੈਟਰੀ ਲੱਗੀ ਹੋਈ ਆਪਣੇ ਕੋਲ बैटरी ਦੇ ਇੱਕ ਐਂਡ ਤੋਂ ਕਰੰਟ ਜਦੋਂ ਇਹਨੂੰ ਐਂਟਰ ਕਰੇਗਾ ਕਿਹਦਾ ਕਿਹਦਾ ਕਰੰਟ ਦਾ ਪਾਥ ਬਣੇਗਾ कौन बोलेगा बोलो अपने आप को ही जना सर R1 ਚ I करंट जाऊगा फिर सर R2 ਚ I1 ਤੇ R3 ਚ I2 नहीं पुੱਤ बिल्कुल ਇੱਥੇ ਜਾਊਗਾ ਜਦੋਂ ਤੁਸੀਂ ਕਹਿ ਰਹੇ ਇਹ ਰੈਜ਼ਿਸਟੈਂਸ ਦਾ ਕੰਬੀਨੇਸ਼ਨ ਕੀ ਬਣ ਗਿਆ ਫਿਰ ਆਪਾਂ ਕਿੱਦਾਂ ਗਿਣੀਏ ਕਿ ਕਿਹੜੀਆਂ ਸੀਰੀਜ਼ ਆ ਕਿਹੜੀਆਂ ਪੈਰਲਲ सर R2 एंड R3 सीरीज में है और उनके साथ R5 पैरेलल में आएगा ठीक है और फिर मतलब ऊपर वाले ट्रायंगल कॉम्बिनेशन करने के बाद R1 और R4 और जो ऊपर वाला बना है वो ये सब सीरीज में आएगा बिल्कुल ਜਦੋਂ ਕਰੰਟ A ਪੁਆਇੰਟ ਤੋਂ ਐਂਟਰ ਕੀਤਾ ਠੀਕ ਹੈ ਜੀ ਕਰੰਟ R1 ਚ ਪਾਸ ਹੋਣ ਤੋਂ ਬਾਅਦ ਜਦੋਂ ਇਸ ਪੁਆਇੰਟ ਤੇ ਡਿਵਾਈਡ ਹੋਇਆ ਤੇ ਇਹ ਜੇ ਇੰਨਾ ਉੱਪਰਲਾ ਪਾਰਟ ਦੇਖੋ BCD ਟ੍ਰਾਇੰਗਲ ਜਿਹੜੀ ਆ ਇਹ ਪਿਛਲਾ ਨਿਊਮੈਰੀਕਲ ठीक है ਇਹਦੇ ਵਿੱਚ ਕਰੰਟ ਜਿਹੜਾ ਇਸ ਮੂਵਮੈਂਟ ਦੇ ਉੱਤੇ ਡਿਵਾਈਡ ਹੋਇਆ ਵਾ D ਜੰਕਸ਼ਨ ਤੇ ਉਹ R2 ਤੇ R5 ਚ ਡਿਵਾਈਡ ਹੋਇਆ ਯਾਨੀ ਇਹ ਅਸੀਂ ਦੋ ਪੈਰਲਲ ਚ ਲੈ ਲਈਆਂ ਪਰ R2 ਵਾਲਾ ਕਰੰਟ R3 ਚ ਜਾਣਾ ਯਾਨੀ ਸਭ ਤੋਂ ਪਹਿਲਾਂ R2 ਤੇ R3 ਇਹ ਦੋਨੋਂ ਆਪਸ ਵਿੱਚ ਸੀਰੀਜ਼ ਚ ਇਹਨਾਂ ਦੀ ਇੱਕ ਜਿਹੜੀ ਹੋਗੀ ਉਹ R5 ਨਾਲ ਪੈਰਲਲ ਚ ਮੁੜ ਕੇ ਆ ਉੱਪਰਲਾ ਆਰਮ ਸੋਲਵ ਕਰਨ ਤੋਂ ਬਾਅਦ ਜਦੋਂ ਤਿੰਨਾਂ ਦੀ ਇੱਕ ਬਣ ਗਈ ਉਦੋਂ R1 ਤੇ ਜਿਹੜੀ ਇਹਨਾਂ ਦੀ ਇਕੁਇਵਲੈਂਟ ਹੋਏਗੀ ਤੇ R4 ਇਹ ਤਿੰਨੋਂ ਸੀਰੀਜ਼ ਚ ਆ ਜਾਓ Yes, sir. Yes, Yes, sir. sir. Yes, sir. ਜੇ ਇੱਕ ਜਣਾ ਵੀ ਹੈਗਾ ਇਦਾਂ ਦਾ ਜਿਹਨੂੰ ਇਹ ਕੰਬੀਨੇਸ਼ਨ ਸਮਝਣ ਚ ਔਖ ਹੈਗੀ ਆ ਤੇ ਉਹ ਸਾਇਲੈਂਟ ਨਾ ਹੋ ਕੇ ਬੈਠੋ ਉਹ ਜ਼ਰੂਰ ਬੋਲੋ ਕਿ ਜੇ ਕੰਬੀਨੇਸ਼ਨ ਨਹੀਂ ਸਮਝ ਲੱਗਿਆ ਤੇ क्या क्लियर है ना Yes, sir. Yes, sir. Yes, Yes, sir. sir. इन्हें कंप्लीट करा के कर लूंगे सर हाँ जी बोलो सर BC 10 ओम होगा दोबारा बोलो हाँ बिल्कुल ਹੁਣ ਜਿਹੜੀ ਆ ਪੂਰੀ ਦੀ ਪੂਰੀ ਆਪਣੇ ਕੋਲ ਕੋਈ ਫਿਗਰ ਅਸਲ ਚ ਆ ਨਹੀਂ ਹੈਗੀ ਆਪਣੀ ਅਸਲ ਫਿਗਰ ਆ ਵਾ ਆਪਣੀ ਫਿਗਰ ਆ ਕੇ ਦਲਾ ਤੇ ਜੇ ਮੈਂ ਐਸਐਚ ਆ ਵਾਲੀ ਆਰਮ ਦੇ ਲੈ ਕੇ ਚੱਲਾਂ ਇਹਦੀ ਰੈਜ਼ਿਸਟੈਂਸ ਉਹਨੇ 20 ਓਮ ਕਹੀ ਆ ਤੇ ਆਪਾਂ ਇੱਕ ਆ ਪ੍ਰੋਪਰਟੀ ਪੜੀ ਆ ਰੈਜ਼ਿਸਟੈਂਸ ਡਾਇਰੈਕਟਲੀ ਟੂ ਲੈਂਥ ਇਹਦਾ ਮਤਲਬ ਜਦੋਂ ਕ੍ਰਾਸ ਪੀਸ ਲਾਤਾ ਤੇ ਇਸ ਕ੍ਰਾਸ ਪੀਸ ਦੇ ਲੱਗਣ ਨਾਲ ਆ ਲੈਂਥ ਦੇ ਦੋ ਪਾਰਟ ਬਣ ਗਏ यानी एक आ ਜਿਹੜਾ ਪੋਰਸ਼ਨ ਆਇਆ ਇਹਦੀ ਰੈਜ਼ਿਸਟੈਂਸ ਆ ਇੱਕ ਆ ਪੋਰਸ਼ਨ ਦੀ ਰੈਜ਼ਿਸਟੈਂਸ ਆ ਠੀਕ ਆ ਹੁਣ ਇਹ ਕ੍ਰਾਸ ਪੀਸ ਉਹਨੇ ਮਿਡ ਪੁਆਇੰਟ ਤੇ ਲਾਇਆ ਵਾ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਆ ਆਰਮ ਜਿਹੜੀਆਂ ਨੇ ਦੋ ਇਕੁਅਲ ਹਾਫ ਚ ਡਿਵਾਈਡ ਹੋ ਗਈ ਇਸ ਲਈ ਜੇ ਪੂਰੀ ਆਰਮ ਦੀ ਰੈਜ਼ਿਸਟੈਂਸ 20 ਸੀਗੀ ਤੇ ਆ ਦੋਨੋਂ ਸੈਗਮੈਂਟ ਜਿਹੜੇ ਬਣੇ ਆ ਇਹ 10 ਓਮ ਦੇ ਬਣ ਜੂਗੇ ਸਮੀਕਸ਼ਾ यस सर Yes, sir. ਇਹਨੀ ਗੱਲ ਕਲੀਅਰ ਹੈ ਸਮੀਕਸ਼ਾ यस सर चलो सो इस करके एडी रेजिस्टेंस कहना एडी कहना एडी कहना एडी कहना सिमिलरली आ पार्ट जेड़ा एडी विद 10 रेजिस्टेंस है यानी आ मेरे को असल फिगर आ वाली आपा सिर्फ सिंबॉलिकली रेजिस्टेंस दिखाने ਲਈ ਇਹਨੂੰ ਇਸ ਵੇ ਨਾਲ ਬਣਾ ਲਿਆ ਹੋ ਜੂ ਇਹ ਵਾਲਾ ਨਿਊਮੈਰੀਕਲ यस सर Yes, sir. Yes, sir. Yes, sir. यस सर मैं सर्किट बनाना एक्सप्लेन ਤੁਸੀਂ ਕਰਨਾ ਕਿ ਵੀ ਉਹਦੇ ਚ ਕੰਬੀਨੇਸ਼ਨ ਕੀ ਹੈਗਾ ਜਲਦੀ ਜਲਦੀ हाँ जी जे सर्किट देख ले देखते ਤੁਸੀਂ एक्सप्लेन करोगे और क्या इक्विवेलेंट रेजिस्टेंस बिटवीन A एंड B कौन बोलेगा
जिया अमृत तुसी दोनों एक्सप्लेन करोगे बोलो पहलो कोई है दोनों चो अमृत केड़े वे नाल जुड़ियां रेजिस्टेंस आ रही अमृत जिया बोलो कोई हैगे हो ठीक है नाम बोलो तो रिस्पॉन्ड नहीं करते अमृत हैगी है बेटा अमृत आवाज आ रही है मेरी आवाज आ रही सारे नु Yes, sir. Yes, sir. Yes, sir. जिया जिया आवाज आ रही है Yes, sir. कॉम्बिनेशन पता लग रहा है कितना वा No, sir. ਤੇ ਪੁੱਤ ਬੋਲਦੀ ਦਾ ਹੁੰਦਾ ਨਾ ਬੋਲ ਕੇ ਦੱਸ ਦੇ ਉੱਚ ਕਿਹੜੀ ਗੱਲ ਆ ਵਿਕਰਮ हाँ जी सर कॉम्बिनेशन एक्सप्लेन करोगे सर समझ नहीं आया चलो सौरभ सौरभ शर्मा सौरभ मनरूप नहीं पता लगा ओके चलो बोलो कोई जना जिदे भी दिमाग च जो आंदा गलत हो जाऊगा कुछ नहीं हो चलिया सर हाँ बोलो सर जो सबसे लास्ट वाला है जहाँ पे 3 लिखा हुआ है 3 और उसके ऊपर वाला 3 प्लस होगा बेटा इसलिए लेना R1 R2 R3 R4 R5 R6 R7 R8 पे R9 सर R1 एंड R2 पहले सीरीज में प्लस हो जाएगा और फिर वो R6 के साथ पैरेलल में ऐड होगा फिर एंड R6 के साथ जो कॉम्बिनेशन बना वो R3 के साथ सीरीज में ऐड हो जाएगा उस तो बाद अगेन सर फिर वो R7 के साथ पैरेलल में ऐड हो जाएगा फिर वही सीरीज रेपिटेशन वो तो सौखा वा बच्चे थोड़ा जिहा ध्यान दियो हुणे इक्विवेलेंट बिटवीन A एंड B दिया यानी A और B जब ਆਪਾਂ ਇੱਕ ਤਰ੍ਹਾਂ बैटरी सपोज कर ली एक पासों करंट नु एंटर करा के दूसरे पासों बाहर कढना जदों करंट A ते आया आ सारी आर्म च डिवाइड होया यानी आ सारियां आर्म्स ਅਸੀਂ ਮੰਨ ਲੈਨੇ ਮੇਰੇ ਕੋਲ ਪੈरेलल ਚ ਪਰ ਅਸੀਂ ਪੈरेलल ਚ ਜੋੜਨ ਤੋਂ ਪਹਿਲਾਂ ਹਨਾ ਇਹ ਦੇਖੀਏ ਕਿ ਇਹਨਾਂ ਚੋਂ ਕਿਸੇ ਦਾ ਕਰੰਟ ਅੱਗੇ ਤਾਂ ਨਹੀਂ ਜਾ ਰਿਹਾ ਤੇ ਮੈਨੂੰ ਆ ਹੀ ਦੇਖਿਆ ਕਿ ਵੀ R1 ਵਾਲਾ ਕਰੰਟ ਜਿਹੜਾ ਵਾ ਇਹ R2 ਵੱਲ ਤੁਰਿਆ ਜਾਂਦਾ ਪਿਆ ਇਸ ਲਈ ਜੇ ਮੈਂ SH ਕੋ ਚੱਲਾਂ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਨਾਮ ਇਹਨੇ ਪੋਰਸ਼ਨ ਨੂੰ ਦੇ ਦਿੰਦੇ ਆ ਜਿਹੜੀ ਟ੍ਰਾਇੰਗਲ ABC ਬਣ ਗਈ ਪਹਿਲਾਂ ਇਹ ਕੰਪਲੀਟ ਕਰੋ ਸਰਕਟ ਦੇ ਇੱਕ ਇੱਕ ਪੋਰਸ਼ਨ ਨੂੰ ਸਿੰਪਲੀਫਾਈ ਕਰਦੇ ਚੱਲੋ ਤੇ ਉਹਦੀ ਰੈਪੀਟੇਸ਼ਨ ਅੱਗੇ ਇਨਵੋਲਵਡ ਆ ਜੇ ਇੱਕੋ ਚੱਲਾਂ ਜਦੋਂ ਕਰੰਟ ਇਸ ਪੁਆਇੰਟ ਤੇ ਆਇਆ ਤੇ ਉਹ R1 ਤੇ R6 ਦੇ ਵਿੱਚ ਡਿਵਾਈਡ ਹੋਇਆ ਬਾਕੀ ਚ ਵੀ ਹੋਇਆ ਪਰ ਆਪਾਂ SH ਕੇ ਇਹਦਾ ਇਨਾ ਪੋਰਸ਼ਨ ਪਿਕ ਕਰੀਏ ਕਿਉਂਕਿ R1 ਦਾ ਕਰੰਟ ਅਜੇ ਅੱਗੇ R2 ਕੋਲ ਜਾ ਰਿਹਾ क्या आ गल समझ लग रही पई हाँ जी सर Yes, sir. Yes, sir. जे सब तो पहले नु शुरू करांगे ते R1 वाला करंट जेड़ा इस पॉइंट तो जाके R2 च जदों गया ते C पॉइंट ते पहुंच गया ते C पॉइंट ते इधरों R6 दा करंट भी आंदा पे यानी आ तीन रेजिस्टर जेड़ियां ने इना पोर्शन जिनु सर्कल करदा पिया सब तो पहले इना पोर्शन ਤੁਹਾਡਾ ਜਿਹੜਾ ਉਹ ਸੋल्व ਹੋ ਜਾਏ ਤੇ ਇਹਦੇ ਵਿੱਚ R1 ਤੇ R2 ਸੀਰੀਜ਼ ਚ 3+3 ਮੂੰਹ ਜਵਾਨੀ ਹੋ ਜਾਣਾ ਕੁਐਸਚਨ 3+3 6 बनना 6 ਤੇ 6 ਆਪਸ ਵਿੱਚ ਪੈਰਲਲ ਚ ਆ ਗਏ ਤੇ ਪੈਰਲਲ ਚ ਜਦੋਂ ਜੋੜੀਦਾ ਤੇ ਆਪਣੇ ਕੋਲ ਰੈਜ਼ਿਸਟੈਂਸ 6 * 6 ਓਵਰ 6 + 6 ਬਣ ਗਈ ਇਹਦਾ ਮਤਲਬ ਆਪਣੀ ਰੈਜ਼ਿਸਟੈਂਸ ਜਿਹੜੀ ਘਟੀ 6/12 ਯਾਨੀ 3 ਓਮ ਆ ਇਹਦਾ ਮਤਲਬ ਆ ਤਿੰਨ ਰੈਜ਼ਿਸਟਰ A B C ਇਹਨਾਂ ਤਿੰਨਾਂ ਦੀ ਮਿਲਾ ਕੇ ਇੱਕ ਰੈਜ਼ਿਸਟਰ ਬਣ ਗਈ 3 ओम दी क्या एडी गल पहले समय लगी Yes, sir. Yes, sir. ਇਹਨੂੰ ਜੇ ਖਤਮ ਕਰਨਾ ਨਾ ਤੇ ਇਦਾਂ ਕਰਾਂਗਾ ਇਹਦਾ ਮਤਲਬ ਆ ਇੰਨੀ ਆਮ ਨਿਕਲ ਗਈ ਇੰਨੀ ਆਮ ਆਪਣੀ ਨਿਕਲ ਗਈ ਤੇ ਆ ਰੈਜ਼ਿਸਟੈਂਸ ਜਿਹੜੀ ਨਵੀਂ ਬਣ ਗਈ ਜਿਹਦਾ ਨਾਮ R ਡੈਸ਼ ਆ ਇਹਦੀ ਵੈਲਿਊ 3 ਆ ਗਈ क्या आ गल समय लगी Yes, sir. Yes, sir. Yes, sir. आगे की करिए इस तो आगे की करिए Same पुराना. सर फिर वही लगा था कि पचो ਹੁਣ ਆ ਦੋਨੋਂ ਸੀਰੀਜ਼ ਆ ਗਈਆਂ ਫਿਰ 6 ਬਣੀ
6 ਤੇ 6 ਫਿਰ ਮੇਰੀਆਂ ਪੈਰਲਲ ਚ ਫਿਰ ਉਹੀ ਸੇਮ ਵੈਲਿਊ 3 ਆ ਗਈ ਯਾਨੀ ਨੈਕਸਟ ਟਾਈਮ ਦੇ ਵਿੱਚ ਆ ਮੇਰੇ ਕੋਲ ਜਿਹੜੀ ਇੰਨੀ ਟਰਮ ਜਿਹੜੀ ਨਿਕਲ ਗਈ ਵਿੱਚੋਂ ਠੀਕ ਹੈ ਜੀ ਤੇ ਆ ਰੈਜ਼ਿਸਟੈਂਸ ਮੇਰੀ r ਡਬਲ ਡੈਸ਼ ਬਣ ਗਈ r ਡਬਲ ਡੈਸ਼ ਦੀ ਵੈਲਿਊ ਮੇਰੀ 3 ਆ ਗਈ ਫਿਰ ਸੇਮ ਰੈਪੀਟੀਸ਼ਨ ਆ ਤੇ ਆ ਦੋਨੋਂ ਸੀਰੀਜ਼ ਆ ਇਹਨਾਂ ਫਿਰ ਪੈਰਲਲ ਚ ਇਹਦਾ ਮਤਲਬ ਇੱਥੇ ਤੱਕ ਦਾ ਸਰਕਟ ਆਪਾਂ ਜੇ ਖਤਮ ਕਰ ਦਈਏ ਇਹ ਮਤਲਬ ਆ ਇੰਨਾ ਪੋਰਸ਼ਨ ਮੇਰਾ ਸਰਕਟ ਦਾ ਨਿਕਲ ਜਾਣਾ ਤੇ ਆ ਰੈਜ਼ਿਸਟੈਂਸ 3 ਆ ਗਈ ਹੁਣ ਆ 3 ਤੇ 3 6 ਫੇਰ ਬਣੀ ਪਰ ਆ 6 ਇਸ 3 ਦੇ ਨਾਲ ਮੇਰੇ ਕੋਲ ਪੈਰਲਲ ਚ ਆ ਜਾਣੀ ਇਹ ਮਤਲਬ ਜਿਹੜਾ ਫਾਈਨਲ ਬੰਦਾ ਉਹਦੇ ਵਿੱਚ 6 into 3 over 6 plus 3 यानी 18/9 mean to O मान लो ਇਹਦਾ ਮਤਲਬ ਪੂਰੇ ਦੇ ਪੂਰੇ ਸਰਕਟ ਦੀ ਰੈਜ਼ਿਸਟੈਂਸ ਜਿਹੜੀ ਆ ਹਨਾ ਆ ਵੀ ਨਿਕਲ ਗਈ ਪੂਰੇ ਸਰਕਟ ਦੀ ਰੈਜ਼ਿਸਟੈਂਸ ਜਿਹੜੀ ਆ ਉਹ 2 ohm ਆਪਣੇ ਕੋਲ ਬਣ ਕੇ ਆਣੀ क्या आ सारी गल समझ लगी Yes, sir. Yes, sir. Yes, sir. Yes, sir. ये न्यूमेरिकल हो जू Yes, sir. Yes, sir. Yes, sir. Yes. नेक्स्ट न्यूमेरिकल देखो 34 इन्हों इरेज कर रहे हैं ठीक है जी 34th न्यूमेरिकल हैगा स्टेटमेंट एक बार जरूर उन्हें चेक करो की गई उन्हें 34 च उन्हें वर्ड यूज कीते आ a uniform wire of a resistance R is shaped into regular n-sided polygon थोड़ा ध्यान ਨਾਲ ਸਮਝ ਲਿਓ ਉਹ ਕਹਿੰਦਾ ਜੀ ਇੱਕ ਤੁਹਾਡੇ ਕੋਲ ਐਸਾ ਚ ਵਾਇਰ ਆ ਜਿਹਦੀ ਰੈਜ਼ਿਸਟੈਂਸ R ਵਾ ਇਹਨੂੰ ਤੁਸੀਂ n ਸਾਈਡ ਵਾਲੀ ਕੋਈ ਪੋਲੀਗਨ ਦੀ ਸ਼ੇਪ ਚ ਕਨਵਰਟ ਕਰ ਦਿੱਤਾ ਕੰਡੀਸ਼ਨ ਇਹ ਹੈਗੀ ਆ ਕਿ ਜਿਹੜੀ ਪੋਲੀਗਨ ਬਣਾਇਆ ਵਾ ਹਨਾ ਉਹਦੀਆਂ n ਮੀਨ ਉਹਦੀਆਂ ਸਾਈਡਾਂ ਇਵਨ ਆ यानी घट्टो घट दो ਆਪਾਂ ਜੇ ਲੈ ਕੇ ਚਲੀਏ ਦੋ ਸਾਈਡਡ ਕੋਈ ਪੋਲੀਗਨ ਨਹੀਂ ਬਣਦੀ ਇਹਦਾ ਮਤਲਬ ਮਿਨੀਮਮ ਉਹਦੇ ਚ 4 ਸਾਈਡਾਂ ਹੋਣਗੀਆਂ 4 ਸਾਈਡਡ ਆ 6 ਸਾਈਡਡ ਆ 8 ਸਾਈਡਡ ਆ ਇਸ ਤਰ੍ਹਾਂ ਤੁਹਾਡੇ ਕੋਲ ਕੋਈ ਇਵਨ ਸਾਈਡਡ ਪੋਲੀਗਨ ਹੈਗੀ ਆ ਕੀ ਆ ਗੱਲ ਸਮਝ ਲੱਗੀ yes sir Yes, Yes, sir. sir. ਉਹਨੇ ਕਿਹਾ ਜੀ ਫਾਈਂਡ ਦਾ ਇਕੁਇਵਲੈਂਟ ਰੈਜ਼ਿਸਟੈਂਸ ਬਿਟਵੀਨ ਆਪੋਜ਼ਿਟ ਕਾਰਨਰ ਆਫ ਦਾ ਪੋਲੀਗਨ ਪਹਿਲੀ ਵਾਰੀ ਔਰ ਸੈਕੰਡ ਟਾਈਮ ਐਡਜਸੈਂਟ ਕਾਰਨਰ ਆਫ ਦਾ ਪੋਲੀਗਨ ठीक है जे हुन इनु थोड़ा जा ध्यान दियो बेटा मैंने ने आ क्या कि आ एक वायर आ बिल्कुल गिवन इस वायर दी रेजिस्टेंस मेरी जेडी आ वो R गिवन ते इनु मैं बेंड करके एदी इवन साइडेड पॉलीगन बना ली मान लो जस्ट अज्यूम कर रहे हो इनु मैं 4 साइडेड पॉलीगन च कन्वर्ट कर लिया ठीक है यानी मैं वायर अपनी नु स्क्वायर शेप च बेंड कर देता ते जदों स्क्वायर शेप च मैं बेंड कीता ते आ जेडी मेरी वायर आ गई ए च 4 सेगमेंट आ गए Yes, sir. Yes, sir. Yes. Yes, sir. ਗੱਲ ਸਮਝਿਓ ਪਹਿਲੋਂ ਆਪਾਂ ਪਹਿਲੋਂ 4 ਸਾਈਡਡ ਨਾ ਬਣਾ ਕੇ ਫਿਰ ਜਨਰਲਾਈਜ਼ ਕਰ ਲਾਂਗੇ ਉਹ ਕਹਿੰਦਾ ਜੀ ਜੇ ਇਸ ਵੇਲੇ ਮੈਂ ਇਹਦੇ ਵਿੱਚ ਕੱਢਣੀ ਆ ਰੈਜ਼ਿਸਟੈਂਸ ਬਿਟਵੀਨ ਆਪੋਜ਼ਿਟ ਕਾਰਨਰ ਕੋਈ ਦੋ ਲੈ ਲਓ ਆਪੋਜ਼ਿਟ ਕਾਰਨਰ ਮੰਨ ਲਓ A ਆ ਗਿਆ ਤੇ ਇਧਰੋਂ C ਆ ਗਿਆ ਆ ਦੋ ਆਪੋਜ਼ਿਟ ਕਾਰਨਰ ਦੇ ਵਿੱਚ ਤੁਸੀਂ ਬੈਟਰੀ ਸਪੋਜ਼ ਕਰ ਲਓਗੇ ਹੁਣ ਜਿਹੜੀ ਬੈਟਰੀ ਮੈਂ ਲਗਾਈ ਆ ਚਾਰ ਜਿਹੜੀਆਂ ਮੇਰੀਆਂ ਵਾਇਰਸ ਨੇ ਹਰ ਵਾਇਰ ਦੀ ਰੈਜ਼ਿਸਟੈਂਸ ਕਿੰਨੀ ਹੋ R/4. ਵੈਰੀ ਗੁੱਡ ਟੋਟਲ R ਸੀਗੀ ਅਸੀਂ ਇਹਨੂੰ ਸ਼ੇਪ ਦਿੱਤੀ 4 ਸਾਈਡਡ ਇਹ ਮਤਲਬ ਈਚ ਪਾਰਟ ਦੀ ਰੈਜ਼ਿਸਟੈਂਸ R/4 ਬਣ ਜੂ Yes, sir. Yes, sir. ਮੇਰੀ ਆ ਰੈਜ਼ਿਸਟੈਂਸ ਮੇਰੀ R/4 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 ਤੇ R/4 ਹੁਣ A ਪੁਆਇੰਟ ਤੇ ਕਰੰਟ ਜਦੋਂ ਆਇਆ ਕਿੰਨੇ ਪਾਰਟ ਚ ਡਿਵਾਈਡ ਹੋ ਗਿਆ Do. ਦੋ ਇੱਕ AB ਆਰਮ ਚ ਤੇ ਇੱਕ AB ਆਰਮ ਚ ਯਾਨੀ ਇਹ ਦੋ ਰੈਜ਼ਿਸਟੈਂਸ ਕਿੱਦਾਂ ਜੁੜ ਗਈਆਂ Parallel. ਪੈਰਲਲ Parallel. ਆਪਾਂ ਕਰੰਟ ਨੂੰ C ਤੋਂ ਬਾਹਰ ਕੱਢਣਾ ਵਾ ਤੇ ਕਿਆ ਇਹ ਦੋਨੋਂ ਪੈਰਲਲ ਚ ਪਹਿਲਾਂ ਅਟੈਚ ਹੋ ਜਾਣਗੀਆਂ No, sir. No, sir. Sir. AB ਆਰਮ ਤੇ BC ਆਰਮ ਇਹ ਦੋਨੋਂ ਪਹਿਲਾਂ ਆਪਸ ਚ ਕਿੱਦਾਂ ਜੁੜਨੀਆਂ Series. Series. AB ਆਰਮ ਤੇ BC ਆਰਮ AB ਸੀਰੀਜ਼ ਇਹਨਾਂ ਦੋਨਾਂ ਦੀ ਇੱਕ ਤੇ ਇਹਨਾਂ ਦੋਨਾਂ ਦੀ ਇੱਕ ਉਹ ਆਪਸ ਦੇ ਵਿੱਚ ਮੇਰੀ ਫਿਰ ਪੈਰਲਲ ਚ ਜੁੜੂ ਜੇ ਹੁਣ ਇਹਦੇ ਨਾਲ ਦੇ 6 ਸਾਈਡਡ ਫਿਗਰ ਹੁੰਦੀ ਇਹਦੇ ਨਾਲ ਤੇ ਮੰਨ ਲਓ ਮੇਰੇ ਕੋਲ 6 ਸਾਈਡਡ ਫਿਗਰ ਆ ਜਾਏ ਆਪ ਇਹਦੇ ਆਪੋਜ਼ਿਟ ਐਂਡ ਲੈ ਲਈਏ ਆਪੋਜ਼ਿਟ ਐਂਡ ਕੋਈ ਵੀ ਲੈ ਸਕਦੇ ਹੋ ਭਾਵੇਂ ਆ ਦੋ ਲੈ ਲੈਂਦੇ ਭਾਵੇਂ ਆ ਦੋ ਲੈ ਲਓ ਜਿਹੜੇ ਮਰਜ਼ੀ ਹੁਣ ਇਸ ਵੇਲੇ ਜਦੋਂ ਕਰੰਟ ਇਹਨਾਂ ਦੋ ਦੇ ਵਿੱਚ ਡਿਵਾਈਡ ਹੋਇਆ ਇਹਦੇ ਚ ਹਰ ਆਰਮ ਦੀ ਰੈਜ਼ਿਸਟੈਂਸ ਕਿੰਨੀ ਹੋਗੀ R/6. R/6. ਹੁਣ ਇਹ R/6 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 ਸਾਰੀਆਂ ਜਿਹੜੀਆਂ ਨੇ ਹਨਾ ਇਹਨਾਂ ਦਾ ਆਪਸ ਵਿੱਚ ਕੰਬੀਨੇਸ਼ਨ ਜੋੜੋ ਇੱਕ ਵਾਰੀ ਇੱਥੇ ਕੰਪਲੀਟ ਕਰ ਰਿਹਾ R/4 ਤੇ R/4 ਜਦੋਂ ਆਪਾਂ ਐਡ ਕੀਤੀਆਂ R1 ਬਣਾਵਾ R/4 R/4
2r/4 यानी r1 की वैल्यू r/2 आ गई r/2 है ते r/2 आ ठीक है ਇਹਦਾ ਮਤਲਬ r1 ਤੇ r2 r1 r2 ਇਹਨਾਂ ਦੇ ਕੰਬੀਨੇਸ਼ਨ ਨੂੰ ਨਾਮ ਦੇ ਰਿਹਾ ਬੇਟਾ ਇਹਨੀ ਗੱਲ ਸਮਝ ਲੱਗਦੀ ਪਈ Yes, sir. Yes, sir. इसकी इक्विवेलेंट ਕੱਢਣੀ ਆ ਤੇ ਮੇਰੇ ਕੋਲ ਆ ਗਿਆ r/2 r/2 ਕਿਉਂਕਿ ਇਹਨਾਂ ਦਾ ਇੱਕ ਤੇ ਇਹਨਾਂ ਦੇ ਇੱਕ ਪੈਰਲਲ ਚ ਸੀਗਾ ਤੇ ਪੈਰਲਲ ਚ ਅਸੀਂ ਪ੍ਰੋਡਕਟ ਓਵਰ ਸਮ ਲਿਖਦੇ ਹਾਂ ਯਾਨੀ ਪ੍ਰੋਡਕਟ ਓਵਰ r/2 r/2 ਇਹਨੂੰ ਸੋਲਵ ਕਰ ਲਵਾਂ ਤੇ ਮੇਰੇ ਕੋਲ ਰੈਜ਼ਿਸਟੈਂਸ ਆ ਗਈ r²/4 ਓਵਰ r ਠੀਕ ਹੈ ਇਹਨੂੰ ਸੋਲਵ ਕਰ ਦਿਓ ਤੇ ਆਪਣੇ ਕੋਲ ਜਿਹੜੀ ਟੋਟਲ ਰੈਜ਼ਿਸਟੈਂਸ ਸਰਕਟ ਦੀ ਆਈ ਉਹ r/4 ਆ ਗਈ Yes, sir. Yes, Yes, sir. sir. Yes, sir. yes sir ਇਹਦੇ ਵਿੱਚ ਚੱਲੀਏ ਹਨਾ ਹੁਣ ਇੱਥੇ ਵੀ ਧਿਆਨ ਦਿਓ ਇਹਦਾ ਮਤਲਬ ਜੇ ਆਹ ਪੋਰਸ਼ਨ ਨੂੰ ਦੇਖੀਏ ਤੇ ਇਸ ਮੂਵਮੈਂਟ ਦੇ ਤੁਹਾਡੀ ਐਸਐਚ ਇਦਾਂ ਕਰਕੇ ਦੇਖਾਂ ਤੇ ਪੂਰੀ ਪੋਲੀਗਨ ਦੋ ਹਾਫ ਚ ਡਿਵਾਈਡ ਹੋਈ ਸੀ Yes, sir. Yeah. ਜੇ ਇਹਦੇ ਵਿੱਚ ਵੀ ਚੱਲੀਏ ਉੱਪਰ ਵਾਲੇ ਪੋਰਸ਼ਨ ਦੀ ਰੈਜ਼ਿਸਟੈਂਸ ਤਿੰਨੇ ਸੀਰੀਜ਼ ਚ ਆ ਗਈਆਂ ਥੱਲੜੀਆਂ ਤਿੰਨੇ ਸੀਰੀਜ਼ ਚ ਆ ਗਈਆਂ ਹਨਾ ਇਹਦਾ ਮਤਲਬ ਇਹਨਾਂ ਤਿੰਨਾਂ ਦੀ ਮਿਲਾ ਕੇ r/2 ਬਣ ਜਾਣੀ r/6 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 ਤਿੰਨ ਵਾਰੀ ਪਲੱਸ ਕਰੂੰਗਾ 3r/6 यानी r/2 ऊपर बन गई r/2 थल्ले आ गई फिर आही रिजल्ट आ जाएगा ਇਹਦਾ ਮਤਲਬ ਇਹ ਹੋ ਗਿਆ ਕਿ ਸੌਰੀ ਕਿੰਨੀ ਗੱਲ ਸਮਝ ਲੱਗਦੀ ਪਈ ਆ Yes, sir. Yes, sir. Yes, sir. ਇਹਨਾਂ ਦੇ ਵਿੱਚ ਦੇਖੋ ਇੱਥੇ ਵੀ ਜੇ ਇਹਨੂੰ ਐਸਐਚ ਸੈਂਟਰ ਤੋਂ ਕੱਟ ਕਰ ਲਈਏ ਇਹ ਮਤਲਬ r/2 ਉੱਪਰ ਤੇ r/2 ਥੱਲੇ ਇਹ ਦੋ ਪੈਰਲਲ ਚ ਜੁੜੀਆਂ Yes, sir. Yes, sir. ਉਹ ਸਾਰਿਆਂ ਨੂੰ ਗੱਲ ਸਮਝ ਲੱਗਦੀ ਪਈ ਬੱਚੇ Yes. yes sir Yes, sir. ਹੁਣ ਇਹਦਾ ਹੋ ਗਿਆ ਕਿ ਜਦੋਂ ਵੀ ਦੋ ਆਪੋਜ਼ਿਟ ਕਾਰਨਰ ਲੈਣੇ ਆ ਹੁਣ ਆਪਣੀ n ਸਾਈਡਡ ਪੋਲੀਗਨ ਆ ਤੇ ਜੇ ਇਹਨੂੰ n ਸਾਈਡਡ ਚ ਜਨਰਲਾਈਜ਼ ਕਰਾਂ ਨਾ ਤੇ ਹਰ ਸਾਈਡ ਦੀ ਰੈਜ਼ਿਸਟੈਂਸ r/n ਆ ਜਾਊਗੀ ਕੀ ਆ ਗੱਲ ਕਲੀਅਰ ਹੈ Yes, sir. yes Yes, sir sir. Yes, sir. 2 ਸਾਈਡਡ ਸੀਗੀ ਤੇ r/4 ਆਇਆ 6 ਸਾਈਡਡ ਸੀਗੀ ਤੇ r/6 ਆਇਆ ਇਹ ਜੇ n ਸਾਈਡਡ ਪੋਲੀਗਨ ਹੋਏਗੀ ਤੇ ਹਰ ਆਰਮ ਦੀ ਰੈਜ਼ਿਸਟੈਂਸ r/n ਬਣੂ Yes. Yes, Yes, sir. sir. Yes, sir. r/n ਬਣੀ ਹਰ ਆਰਮ ਹਨਾ ਉੱਪਰ ਵਾਲੇ ਪੋਰਸ਼ਨ ਦੇ ਵਿੱਚ r/n 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 ਜਦੋਂ ਇਸੇ ਤਰ੍ਹਾਂ ਐਡ ਕਰੂੰਗਾ ਇਹਨਾਂ ਸਾਰਿਆਂ ਦੀ ਮਿਲਾ ਕੇ ਰੈਜ਼ਿਸਟੈਂਸ r/2 ਬਣ ਜਾਣੀ ਇਹਦੇ ਥੱਲੜੇ ਪੋਰਸ਼ਨ ਦੀ ਵੀ r/2 ਬਣ ਜਾਣੀ ਤੇ r/2 ਤੇ r/2 ਹਮੇਸ਼ਾ ਮੇਰੇ ਕੋਲ ਪੈਰਲਲ ਚ ਜੁੜ ਕੇ ਓਵਰਆਲ ਆ ਵੈਲਿਊ ਬਣਾਉਗੇ Yes, sir. Yes, sir. Yes, sir. ਸਾਈਡਡ ਆ 6 ਸਾਈਡਡ ਆ 10 ਸਾਈਡਡ ਆ ਜਿੰਨੀ ਮਰਜ਼ੀ ਸਾਈਡਡ ਆ ਜਦੋਂ ਆਪੋਜ਼ਿਟ ਕਾਰਨਰ ਦੇ ਅੰਦਰ ਉਹਨੇ ਐਡ ਕਰਨਾ ਤੇ ਅਸਲ ਦੇ ਵਿੱਚ ਇਹ ਹੋਇਆ ਵਾ ਕਿ ਇਹ ਆਪਣੇ ਗਿਵਨ ਪੋਲੀਗਨ ਦੇ ਦੋ ਇਕੁਅਲ ਹਾਫ ਬਣਾਉਂਦਾ ਪਿਆ ਤੇ ਜੇ ਦੋ ਇਕੁਅਲ ਹਾਫ ਬਣੇ ਆ ਤੇ ਈਚ ਹਾਫ ਦੀ ਰੈਜ਼ਿਸਟੈਂਸ ਜਿਹੜੀ ਹੋਏਗੀ ਉਹ ਐਸਐਚ ਟੋਟਲ ਵਾਇਰ ਦਾ ਹਾਫ ਹੋ ਜੂ Yes, yes sir. sir Yes, sir. ਜੇ ਇੰਨੀ ਗੱਲ ਸਮਝ ਲੱਗਦੀ ਤਾਂ ਮੈਨੂੰ ਬੋਲੋ ਫਿਰ ਮੈਂ ਐਡਜਸਟੈਂਟ ਕਾਰਨਰ ਵਾਲੀ ਗੱਲ ਸ਼ੁਰੂ ਕਰਾਂ ਕਿ ਆ ਚੀਜ਼ ਕਲੀਅਰ ਹੈ ਸਾਰਿਆਂ ਨੂੰ Yes, sir. Yes, sir. Yes, sir. ਐਡਜਸਟੈਂਟ ਕਾਰਨਰ ਵਾਲਾ ਤੇ ਉਹਦਾ ਧਿਆਨ ਨਾਲ ਕਰ ਲਿਓ ਜੇ ਇਹਦੇ ਸੈਕੰਡ ਪਾਰਟ ਹੋਈਏ ਕਿ ਵੀ ਐਡਜਸਟੈਂਟ ਕਾਰਨਰ ਲੈਣੇ ਆ ਹੁਣ ਤੁਹਾਨੂੰ ਜੇ ਐਸਐਚ ਮੈਂ ਆ ਗਈ 4 ਸਾਈਡਡ ਫਿਗਰ ਲਈ ਵੀ ਲਵਾਂ ਠੀਕ ਹੈ r/4 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 ਤੇ r/4 ਆ ਮੰਨ ਲਓ ਮੇਰੇ ਦੋ ਐਡਜਸਟੈਂਟ ਕਾਰਨਰ ਹੋ ਗਏ ਕਿਸੇ ਵੀ ਦੋ ਐਡਜਸਟੈਂਟ ਕਾਰਨਰ ਚ ਬੈਟਰੀ ਲਾਣੀ ਆਪਾਂ ਆ ਦੋ ਕਾਰਨਰ ਚ ਜੇ ਬੈਟਰੀ ਲਾ ਕੇ ਚਲੀਏ ਠੀਕ ਹੈ a b c d ਹੁਣ ਇਸ ਮੂਵਮੈਂਟ ਦੇ ਜਦੋਂ ਕਰੰਟ ਇੱਥੇ ਆਇਆ ਹਨਾ ਰੈਜ਼ਿਸਟੈਂਸ ਕਿਦਾਂ ਆਪਸ ਦੇ ਵਿੱਚ ਆਪਾਂ ਅਟੈਚ ਕਰਾਂਗੇ Parallel. ਸਾਰੀਆਂ ਪੈਰਲਲ No, sir. ਜਦੋਂ ਕਰੰਟ A ਤੇ ਆਣਾ ਕਿਹੜੀਆਂ ਦੋ ਆਰਮ ਚ ਗਿਆ ਇੱਕ AD ਤੇ ਇੱਕ AD ਕਰੰਟ D ਤੋਂ ਬਾਹਰ ਨਿਕਲਣਾ ਵਾ ਇਹਦਾ ਮਤਲਬ ਆ AD ਵਾਲਾ ਕਰੰਟ ਤੇ D ਤੇ ਆ ਕੇ ਖੜਾ ਹੋ ਗਿਆ ਬਾਹਰ ਨਿਕਲਣ ਵਾਸਤੇ ਪਰ ਜਿਹੜਾ ਕਰੰਟ AB ਚ ਗਿਆ ਉਹਨੇ BC ਚੋਂ ਉਹਨੇ CD ਚੋਂ ਹੋ ਕੇ ਆਣਾ Yes, sir. Yes, sir. ਇਹਦਾ ਮਤਲਬ ਜੇ ਹੁਣ ਇੱਕ ਚੀਜ਼ ਦਾ ਫਰਕ ਸਮਝੋ ਤੇ ਇਹ ਹੋਏਗਾ ਇੱਕ ਆਰਮ ਨੂੰ ਛੱਡ ਦਈਏ ਬਾਕੀ ਜਿੰਨੀਆਂ ਵੀ ਆਰਮਸ ਨੇ ਉਹ ਸਾਰੀਆਂ ਆਪਸ ਵਿੱਚ ਸੀਰੀਜ਼ ਚ ਜੁੜੀਆਂ Yes, sir. Yes, sir. Yes, sir.
ਇਹਦੀ ਇੱਥੇ ਆ ਜਾਓ, ਇਹ 'ਚ ਵੀ ਜੇ ਇਦਾਂ ਹੀ ਹੁੰਦਾ ਆਪਣੇ ਕੋਲ, ਜੇਕਰ ਐਸਾ ਜੇ ਆਪਾਂ 6 ਸਾਈਡਡ ਫਿਗਰ ਲੈ ਲੈਂਦੇ, 6 ਸਾਈਡਡ ਫਿਗਰ ਲੈ ਲਾ, ਬੈਟਰੀ ਮੰਨ ਲਓ ਆ ਦੋ ਟਰਮੀਨਲ 'ਚ ਅਟੈਚ ਕਰ ਦਈਏ, ਜਦੋਂ ਕਰੰਟ ਇਸ ਪੁਆਇੰਟ ਤੇ ਆਣਾ, ਇੱਕ ਇੱਧਰ ਤੇ ਇੱਧਰ ਜਾਣਾ, ਠੀਕ ਹੈ ना, ਆ ਮੇਰਾ A ਤੇ ਆ B ਪੁਆਇੰਟ ਆ, ਤੇ ਜਿਹੜਾ ਕਰੰਟ ਇਸ ਆਰਮ 'ਚ ਗਿਆ ਇਹ ਤੇ B ਤੋਂ ਬਾਹਰ ਨਿਕਲਣ ਲਈ ਤਿਆਰ ਆ, ਪਰ ਜਿਹੜਾ ਕਰੰਟ A ਵਾਲੀ ਸਾਈਡ ਨੂੰ ਗਿਆ ਇਹ ਬਾਕੀ 5 ਰੈਜ਼ਿਸਟਰ 'ਚੋਂ ਹੋ ਕੇ ਆਊਗਾ। Yes, sir. Yes, sir. ਇਹਦਾ ਮਤਲਬ ਜਦੋਂ ਐਡਜੈਸੈਂਟ ਕਾਰਨਰ ਲਵਾਂਗੇ ਤੇ ਇੱਕ ਰੈਜ਼ਿਸਟੈਂਸ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਰੈਜ਼ਿਸਟੈਂਸ ਨੇ ਉਹ ਸਾਰੀਆਂ ਕਿੰਨਾ ਅਟੈਚ ਹੁੰਦੀਆਂ, Series. ਹੁਣ ਜੇ ਆਪਾਂ ਐਸਐਚ ਇਹ n ਸਾਈਡਡ ਪੋਲੀਗਨ ਲਿੱਤੀ ਹੋਵੇ, ਠੀਕ ਹੈ, n ਸਾਈਡਡ ਪੋਲੀਗਨ ਦੇ ਅੰਦਰ ਗੱਲ ਕਰੀਏ ਤੇ ਹਰ ਆਰਮ ਦੀ ਰੈਜ਼ਿਸਟੈਂਸ r/n ਵਾਲੀ, ਅਗਰ ਕਲੀਅਰ ਹੈ ਤਾਂ ਪਹਿਲਾਂ ਦੱਸੀਏ ਆਪਾਂ। Yes, sir. Yes, sir. ਆ ਸਾਈਡ ਦੀ ਰੈਜ਼ਿਸਟੈਂਸ r/n, ਇਹਦੀ ਰੈਜ਼ਿਸਟੈਂਸ ਵੀ r/n, ਇਹਦੀ ਵੀ r/n। ਹੁਣ ਜੇ ਇਸ ਮੂਵਮੈਂਟ ਤੇ ਲਈਏ ਤੇ ਜਦੋਂ r/n ਵਾਲੀ ਇੱਕ ਸਾਈਡ ਵੱਖਰੀ ਹੋਗੀ ਤੇ ਬਾਕੀ ਜਿੰਨੀਆਂ ਵਾ n ਸਾਈਡਡ ਫਿਗਰ ਆ, n ਵਿੱਚੋਂ ਇੱਕ ਸਾਈਡ ਬਾਹਰ ਨਿਕਲੀ ਆ, ਬਾਕੀ ਕਿੰਨੀਆਂ ਰਹਿ ਗਈਆਂ, N minus 1. n minus 1 And minus. n-1 ਜਿੰਨੀਆਂ ਵੀ ਮੇਰੇ ਕੋਲ ਹੋਣਗੀਆਂ ਉਹ ਸਾਰੀਆਂ ਸੀਰੀਜ਼ ਚ ਜੁੜਨਗੀਆਂ। Yes, sir. ਯਾਨੀ ਜੇ ਮੈਂ ਹੁਣ ਇਹਦੇ ਵਿੱਚ ਦੇਖਾਂ ਤੇ ਆਪਣੇ ਕੋਲ ਜਿਹੜੀ ਰੈਜ਼ਿਸਟੈਂਸ ਨੇ ਉਹ ਆਪਾਂ ਇਦਾਂ ਲਿਖ ਲਾਂਗੇ, ਠੀਕ ਆ, ਇਕੁਇਵਲੈਂਟ ਰੈਜ਼ਿਸਟੈਂਸ ਆਫ ਸੀਰੀਜ਼। ਸਿਰਫ 2 ਮਿੰਟ ਲਾਣੇ ਆ, ਇਹਨੂੰ ਖਤਮ ਕਰ ਲੈਂਦੇ ਹੋ, ਠੀਕ ਹੈ, ਇੱਕ ਵਾਰ ਇਹਨੂੰ ਕੰਪਲੀਟ ਕਰ ਲਓ। ਹੁਣ ਇਕੁਇਵਲੈਂਟ ਰੈਜ਼ਿਸਟੈਂਸ ਆਫ ਸੀਰੀਜ਼ ਜਿਹੜੀਆਂ ਐਡ ਕਰਨ ਲੱਗੇ, ਠੀਕ ਹੈ, ਇਹ ਮੇਰੇ ਕੋਲ r/n plus r/n plus r/n up to n-1 ਟਾਈਮ ਆਊਗਾ। ਇਹ ਜਿਹੜੀਆਂ ਆਪਾਂ ਐਡ ਕਰਨੀਆਂ ਇਕੁਇਵਲੈਂਟ ਇਹਨਾਂ ਸਾਰਿਆਂ ਦੀ ਬਣਾਉਣੀਆਂ ਹੈ ਨਾ, ਤੇ ਇਹਨਾਂ ਸਾਰਿਆਂ ਦੀ ਰੈਜ਼ਿਸਟੈਂਸ r/n ਆਪਾਂ ਕਿੰਨੀ ਵਾਰੀ ਪਲੱਸ ਕਰਨੀ ਆ, n minus R 1 minus time 1. ਇਹਦਾ ਮਤਲਬ ਆਪਣੇ ਕੋਲ ਜੇ ਐਸਐਚ ਇਕੁਇਵਲੈਂਟ ਨੂੰ r' ਨਾਮ ਦੇ ਦਈਏ ਤੇ ਇਹਦਾ ਮਤਲਬ n-1 into r/n ਇਹਨਾਂ ਜੋ Yes, sir. yes sir ਇਹ ਬਣ ਗਈ ਇਹਨਾਂ ਸਾਰਿਆਂ ਨੂੰ ਐਡ ਕਰਕੇ ਇੱਕ। ਹੁਣ ਇਹ ਜਿਹੜੀ ਇੱਕ ਆਈ ਆ ਇਹ r/n ਨਾਲ ਕਿੱਦਾਂ ਜੁੜਦੀ ਹੈ, Parallel. now r' and r/n are in parallel, ਤੇ therefore parallel ਦੇ ਵਿੱਚ ਜਦੋਂ ਰੈਜ਼ਿਸਟੈਂਸ ਕੱਢੀ ਦੀ ਆ ਕੀ ਫਾਰਮੂਲਾ ਲਾਣੇ ਆਪਾਂ, R1 into R2 upon R1 plus R2. ਬਿਲਕੁਲ ਪ੍ਰੋਡਕਟ ਓਵਰ ਸਮ। ਪ੍ਰੋਡਕਟ ਦੇ ਅੰਦਰ ਦੋ ਰੈਜ਼ਿਸਟੈਂਸ ਆ, ਇੱਕ r' ਇੱਕ r/n, ਇਹਨਾਂ ਦੀ ਪ੍ਰੋਡਕਟ ਆ ਗਈ, ਨੀਚੇ ਇਹਨਾਂ ਦੀ ਸਮ ਆ ਗਈ, ਵੈਲਿਊ ਭਰ ਲਓ ਨਾਲ ਇਹਦੀ। ਜੇ ਵੈਲਿਊ ਪੁੱਟ ਕਰੀਏ r ਕੀ ਆ ਗਿਆ n-1 into r/n into r/n over r' plus r/n, r' plus r/n ਕਰੂੰਗਾ ਤੇ ਪੂਰੇ ਸਰਕਟ ਦੀ ਟੋਟਲ ਰੈਜ਼ਿਸਟੈਂਸ ਹੈ ਜਿਹੜੀ r ਵਾ, ਭਾਵੇਂ ਸਿੱਧਾ ਵੀ ਲਿਖ ਸਕਦੇ, ਅਦਰਵਾਈਜ਼ ਆ ਗਿਆ n-1 into r/n plus r/n। ਕਲੀਅਰ, ਕਿੰਨਾ ਕਲੀਅਰ? Yes, sir. Yes, sir. So rp आ गया n-1 into r square over l square, और नीचे चला r/n कॉमन काट लो, n-1 ਦੇ ਵਿੱਚ 1 ਪਲੱਸ ਕਰਨਾ ਤੇ n-1 ਚ 1 ਪਲੱਸ ਕਰਾਂ ਤੇ n ਆਜੂ। Yes, sir. यानी आपने को लेते आ गया n-1 plus 1 into r/n, ਤੇ ਇਹਨੂੰ ਸੋਲਵ ਕਰ ਲਓ, ਆਪਣੀ ਆ ਗਈ ਵੈਲਿਊ n-1 into r square over l square over ਆ ਗਿਆ 1 ਦਾ 1 ਕੈਨਸਲ ਕਰ ਲਓ, n ਨਾਲ n ਕੈਨਸਲ ਹੋ ਗਿਆ, 1 ਨਾਲ 1 ਕੈਨਸਲ ਹੋ ਜੂ, n ਨਾਲ n ਕੈਨਸਲ ਹੋ ਗਿਆ, ਨੀਚੇ r ਆ ਜਾਊਗਾ। ਹਾਂਜੀ। ਲਾਸਟ ਸਟੈਪ ਹੋਏਗਾ rp ਦੀ ਵੈਲਿਊ ਆ ਗਈ n-1 r ਨਾਲ r ਇੱਕ ਕੈਨਸਲ, n-1 over n square into r, ਤੇ n ਬੇਸ਼ੱਕ ਆਪਣੇ ਕੋਲ ਅੰਦਰ ਐਡਜਸਟ ਕਰਕੇ ਇੰਡੀਵਿਜੂਅਲ ਇਹਦੇ ਇੱਕ ਵਾਰੀ ਨੀਚੇ ਔਰ ਇੱਕ ਵਾਰੀ ਇਹਦੇ ਨੀਚੇ ਐਡਜਸਟ ਕਰ ਲਓ, ਅਦਰਵਾਈਜ਼ ਆ ਤੁਹਾਡੇ ਕੋਲ ਇਕੁਇਵਲੈਂਟ ਰੈਜ਼ਿਸਟੈਂਸ ਦੀ ਵੈਲਿਊ ਆਏਗੀ n ਸਾਈਡਡ ਪੋਲੀਗਨ ਜਦੋਂ ਐਡਜਸਟੈਂਟ ਕਾਰਨਰ ਚ ਅਸੀਂ ਰੈਜ਼ਿਸਟੈਂਸ ਕੱਢਣੀ ਹੈ।
ਜਦੋਂ opposite corner ਕੱਢਦੇ ਹੋ ਉਹ ਸਿੰਪਲ ਹੈ ਬੇਟਾ, ਹਰ ਵਾਰੀ r/4 ਹੀ ਬਣਨੀ ਹੈ, ਪਰ ਜੇ adjacent corners ਕੱਢਦੇ ਹੋ ਤੇ ਉਹਦੀ ਇੰਨੀ ਵੈਲਿਊ ਬਣ ਜੂਗੀ। ਇਹ ਕਲੀਅਰ ਹੈ? Yes, sir. Yes, sir. ਇੰਨਾ ਸਮਝ ਲੱਗਿਆ ਜੀ? Yes, sir. Yes, sir.